अस्सलाम वालेकुम। वालेकुम सलाम। चाचा जी, क्या हाल चाल है? हाँ ठीक ठाक। तुम चाचा की नाम अपना? सलीम। ਚਾਚਾ ਸਲੀਮ, ਤੁਹਾਡੇ ਨਾਲ ਪਹਿਲੇ ਅਸੀਂ ਵੀਡੀਓ ਬਣਾਈ ਸੀ ਜਾਨਵਰਾਂ ਦੀ ਫਿਜ਼ੀਬਿਲਿਟੀ ਦੇ ਬਾਰੇ 'ਚ, ਬੜੀ ਅੱਛੀ ਤੁਸੀਂ ਮਾਲੂਮਾਤ ਦਿੱਤੀਆਂ ਨੇ। ਹਾਂਜੀ ਤੇ ਤੁਸੀਂ ਦੱਸੋ, ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਜਾਨਵਰਾਂ ਦੇ ਇਲਾਜ ਦੇ ਮਾਮਲੇ 'ਚ ਬੜੀ ਮੁਸ਼ਕਲਾਂ ਪੇਸ਼ ਆ ਰਹੀਆਂ ਨੇ, ਹਾਂਜੀ ਤੇ ਤੁਸੀਂ ਉਹਦਾ ਫਿਰ ਕੀ ਹੱਲ ਕਰਦੇ ਹੋ? ਇਹ ਸਰ ਜੀ ਅਸੀਂ ਆਪਣੇ ਕੋਲੋਂ ਹੀ ਟੋਟ ਕੇ ਲਾਣੇ ਆ, ਲੇਕਿਨ ਇਹ ਜੇ ਨਾ ਪੇਸ਼ ਜਾਏ ਤਾਂ ਫਿਰ ਅਸੀਂ ਡਾਕਟਰ ਸਾਹ ਦੇਣਾ, ਨਹੀਂ ਤਾਂ ਮੈਂ ਆਪ ਹੀ ਕਰ ਲੈਣਾ। ਅੱਛਾ, ਆਪ ਹੀ ਮੈਂ ਕੋਈ ਟੀਕੇ ਛਿਕੇ ਲਿਆ ਕੇ ਯਾਦ ਰੱਖੇ ਨੇ। ਠੀਕ ਹੈ 5 ਗ੍ਰਾਮ ਦਾ ਟੀਕਾ ਜਿਹੜਾ ਇਹ ਵੀ ਚੱਲਦਾ ਹੈ, ਠੀਕ ਹੈ ਇੱਕ ਡਿਗਲੋ ਸਟਾਰ ਉਹ ਵੀ ਚੱਲਦਾ ਹੈ। ਠੀਕ ਹੈ। ਅੱਛਾ, ਬਹੁਤਾ ਵਾ ਜੇ ਕੋਈ ਡੰਗਰ ਨੂੰ ਕਸ ਹੋਈਏ ਨਾ ਤੇ ਉਹ ਅਸੀਂ ਫੌਰਨ ਉਹਨੂੰ 5 ਗ੍ਰਾਮ ਦਾ ਟੀਕਾ ਤੇ ਡਿਗਲੋ ਸਟਾਰ ਲਾ ਲੈਂਦੇ ਆ। ਠੀਕ ਹੈ, ਉਹ ਲਾਈਏ ਤੇ ਕੰਟਰੋਲ ਹੋ ਜਾਂਦਾ ਤੇ ਹਰ ਰੱਬ ਨੂੰ ਮਸਾਂ ਕਰਮ ਨਵਾਜ਼ੀ ਹੁੰਦੀ, ਠੀਕ ਹੋ ਜਾਂਦਾ। ਦੂਜੀ ਗੱਲ ਇਹ ਮੱਝ ਪਿੱਛਾ ਮਾਰੇ, ਹਾਂ, ਉਹਨੂੰ ਅਸੀਂ ਗਲਕੰਦ ਚੀਨੀ ਗੰਡੇ ਛੰਡੇ ਦਿੰਨੇ ਆ ਤੇ ਚਲੋ ਕੋਈ ਠੀਕ ਹੋ ਜਾਂਦੀ। ਤੇ ਕਿਸ ਤਰ੍ਹਾਂ ਦਿੰਦੇ ਹੋ? ਗਲਕੰਦ ਤੇ ਕਿਲੋ ਗਲਕੰਦ ਲੈਣੀ ਹੈ, ਅੱਧਾ ਪਾਕ ਚੀਨੀ ਲੈਣੀ ਹੈ ਠੀਕ ਹੈ, ਤੇ ਕਿਲੋ ਗੰਡੇ ਲੈਣੇ ਨੇ, 4 ਡੰਗ ਦੇਣੇ ਨੇ। ਠੀਕ ਇੱਕ ਖੁਰਾਕ ਦੇ ਵਿੱਚ ਕਿਲੋ ਗੰਡੇ, ਅੱਧਾ ਕਿਲੋ ਚੀਨੀ ਹੈ ਗਲਕੰਦ ਪਾ ਚੀਨੀ ਪਾ ਕੇ ਉਹ ਅਸਾਂ ਦੇਣੀ। ਅਗਰ ਮੱਝ ਤਰੂ ਜਾਂਦੀ ਹੈ, ਨਹੀਂ ਉਹ ਕਿੰਨੇ ਘੰਟੇ ਬਾਅਦ ਦੇਣੀ ਹੈ? ਨਹੀਂ ਰੋਜ਼ ਦੇਣੀ ਹੈ, ਡੇਲੀ ਸ਼ਾਮ ਨੂੰ। ਇੱਕ ਦਫਾ ਬਸ? ਹਾਂਜੀ, ਸ਼ਾਮ ਨੂੰ ਸ਼ਾਮ ਸੌਣ ਨੂੰ, ਲੱਗਿਆ? ਸ਼ਾਮ ਨੂੰ ਸੌਣ ਲੱਗੇ। ਠੀਕ ਹੈ। ਤੇ ਤਰੂਈਆ ਤੇ ਫਿਰ ਤਰੂਈਏ ਨਾ ਤੇ ਉਹਨੂੰ ਵੀ ਟੋਰਨ ਦਾ ਤਰੀਕਾ ਹੈ ਹੀ ਹੈ, ਉਹਨੂੰ ਚੀਨੀ ਗਲਕੰਦ ਤੇ ਗੰਡੇ ਕਿਲੋ ਡੇਲੀ ਦਿਓ। ਦਿੱਲੀ ਲੋਕ ਪਤਾ ਕੀ ਕਰਦੇ, ਪਾ ਗੰਡੇ ਪਾ ਲੈਂਦੇ ਨੇ, ਕਿਲੋ ਗੰਡੇ ਡੇਲੀ ਦਿਓ, 4 ਡੰਗ ਉਹਨੂੰ ਦੇ ਹੜੋ ਤੇ ਮੱਝ ਦੁੱਧ ਤੇ ਰਹੇ। ਮਾਸ਼ਾਅੱਲਾ। ਤੇ ਜੇਕਰ ਕੋਈ ਜਾਨਵਰ ਥਣ 'ਚ ਇਨਫੈਕਸ਼ਨ ਹੋਈਏ, ਸਾੜੂ ਪਾਈਏ, ਹਾਂਜੀ ਫੇਰ ਕੀ ਦੇਣਾ ਚਾਹੀਦਾ ਕਿ ਥਣ ਜਿਹੜਾ ਉਹ ਚੰਦਰੀ ਖਤਮ ਹੋ ਜਾਏ? ਸਰ ਜੀ ਉਹ ਤੇ ਫਿਰ ਅਸੀਂ ਇਹੋ ਹੀ ਟੋਟ ਕੇ ਹੀ ਲਾਉਂਦੇ ਜੇ। ਠੀਕ ਹੈ। ਕਦੀ ਮਸਨ ਉਹਨੂੰ ਦੇ ਲਿਆ ਨਸਾਜਰ, ਇੰਜ ਦੀਆਂ ਛਾਵਾਂ ਪਾ ਪੂ ਕੇ ਨਾ, ਨਿੰਬੂਆਂ ਦਾ ਸੱਤ, ਇੰਜ ਦੀਆਂ ਛਾਵਾਂ ਪਾ ਪੂ ਕੇ ਤੇ ਅਸੀਂ ਉਹਨੂੰ ਦਿੰਨੇ ਆ। ਕੋਈ ਹਲਦੀ ਦੁੱਧ ਲੂਣ, ਹਲਦੀ ਤੇ ਲੂਣ ਤੇ ਦੁੱਧ ਜਿਹੜਾ ਨਾ ਉਹ ਰਲਾ ਕੇ ਸ਼ਾਮ ਨੂੰ ਦਈਏ ਨਾ ਤੇ ਸਵੇਰੇ ਬੜਾ ਫਰਕ ਪੈ ਜਾਂਦਾ। ਹਲਦੀ ਦੁੱਧ ਤੇ ਲੂਣ ਕਿੰਨਾ ਪਾ ਲੈਣਾ ਚਾਹੀਦਾ? ਉਹ ਅਸੀਂ ਕੋਈ 2 ਸਟਾਕੀਆਂ ਹਲਦੀ ਪਾਉਂਦੇ, ਸਟਾਕੀ 1.5 ਲੂਣ ਤੇ ਕਿਲੋ ਦੁੱਧ ਪਾ ਕੇ ਤੇ ਉਹ ਗਾਈਂਦਾ ਉਹਨੂੰ ਦਈਦਾ। ਲੂਣ ਚਿੱਟਾ ਹੀ? ਚਿੱਟਾ ਹੀ। ਤੇ ਕਿੰਨੇ ਦਿਨ ਦਿੰਦੇ ਹੋ? 3-4 ਡੰਗ ਦਈਦਾ ਤੇ ਫਿਰ ਕੋਈ ਠੀਕ ਹੋ ਜਾਂਦਾ। ਤੇ ਨਿੰਬੂ ਦਾ ਵੀ ਕੋਈ ਹੁੰਦਾ ਇਸਤੇਮਾਲ? ਨਿੰਬੂਆਂ ਦਾ ਸੱਤ ਵੀ ਦਈਦਾ ਵਿੱਚ ਠਿਕਰੀ ਨਸਾਜਰ ਆਂਦੀਆਂ ਛਾਵਾਂ ਪਾ ਕੇ ਵੀ ਦਈਦਾ ਤੇ ਕੰਟਰੋਲ ਹੋ ਜਾਂਦਾ। ਤੇ ਨਾਲ ਕੋਈ ਟੀਕਾ ਸ਼ਿਕਾ ਲਾ ਲਈਦਾ ਡਾਕਟਰ ਨੂੰ ਪੁੱਛ। ਜੇ ਕੋਈ ਜਾਨਵਰ ਖਲੋਈਏ ਮੇਰੇ ਤੋਂ, ਯਾਨੀ ਪੱਠੇ ਨਾ ਖਾਏ, ਉਹਦਾ ਮੇਦਾ ਖਲੋਈਏ ਜਾਂ ਗੋਇਆ ਨਾ ਕਰੇ, ਤੇ ਫੇਰ ਕੀ ਪਾਉਂਦੇ ਹੋ? ਫੇਰ ਤਾਂ ਸਰ ਜੀ ਇਹੋ ਫੱਕੀਆਂ ਛਕੀਆਂ ਹੀ ਦਈਦੀਆਂ ਜੇ ਬਣਾ ਬਨੂ ਕੇ, ਕੋਈ ਲੂਣ ਜਵੈਣ ਪਾ ਕੇ ਇਹੋ ਜਿਹੀਆਂ ਛਾਵਾਂ ਪਾ ਕੇ ਨਾ ਤੋ ਅਸੀਂ ਫਿਰ ਦਿੰਨੇ ਆ ਤੇ ਚਲੋ ਰੱਬ ਕਰਦਾ ਤੇ ਟੁਰ ਪੈਂਦੇ ਆ। ਫੱਕੀਆਂ ਕੀ ਮਗ ਲਿਆਉਂਦੇ ਆਪੀ? ਨਹੀਂ ਆਪੀ ਇਹੋ ਜਵੈਣ ਪਾ ਲਈ, ਕਾਲਾ ਲੂਣ ਪਾ ਲਿਆ, ਇੰਦੀਆਂ ਛਾਵਾਂ ਦੋਤਰਾ ਪਾ ਕੇ ਤੇ ਉਹਨੂੰ ਦੇ ਦੋ। ਕਿੰਨੀਆਂ ਪਾਉਂਦੇ ਹੋ? ਇਹੋ ਬਸ ਅੱਧ ਪਾ ਲਈਦੀਆਂ ਨੇ। ਠੀਕ ਹੈ। ਪਾ ਲਾਇਆ 2-3 ਡੰਗ ਹੋ ਜਾਂਦੇ ਨੇ। ਠੀਕ ਹੈ। ਤੇ ਉਹ ਡੇਲੀ ਦਈਦੇ ਆ। ਆਂਦੇ ਨੇ ਜਦੋਂ ਜਾਨਵਰ ਸੌਂਦਾ ਹੈ ਤੇ ਉਹਦੇ ਅੰਦਰ ਮੈਲ ਕਚਾਲ ਰਹਿ ਜਾਂਦੀ ਹੈ, ਹਾਂਜੀ, ਉਹ ਮੈਲ ਕਚਾਲ ਆਟਾ ਸਟਵਾਉਣ ਵਾਸਤੇ ਕੀ ਕਰਦੇ ਹੋ? ਉਹ ਸਰ ਜੀ ਇਹੋ ਹੀ ਅਸੀਂ ਦਿੰਦੇ ਜੇ, ਮੈਂ ਤੇ ਇਹੋ ਹੀ ਦਿੰਦਾ ਜੇ, ਚੀਨੀ ਗਲਕੰਦ ਤੇ ਗੰਡੇ। ਚੀਨੀ ਗਲਕਾਨ ਤੇ ਗੰਡੇ? ਹਾਂਜੀ, ਇਹਨਾਂ ਹੀ ਸਟਾਉਣਾ। ਤੁਹਾਡਾ ਅਸਲ ਨੁਸਖਾ ਚੀਨੀ ਗਲਕਾਨ ਤੇ ਗੰਡੇ? ਗੰਡੇ ਇਹਨਾਂ ਕੋਈ ਸ਼ੈ ਰਹਿਣ ਹੀ ਨਹੀਂ ਦੇਣੀ। ਅੱਛਾ ਅੱਛਾ, ਤੇ ਲੋਕ ਦਿੰਦੇ ਨੇ ਥੋੜਾ ਇਹਦੀ ਇੱਕ ਇਹਦੀ ਖੁਰਾਕ ਭਲਾ ਕਿੰਨੀ ਹੈ? ਅੱਧਾ ਕਿਲੋ ਗਲਕੰਦ, ਹਾਂ, ਕਿਲੋ ਗੰਡੇ, ਠੀਕ ਹੈ। ਪਾ ਚੀਨੀ 1.5 ਪਾ ਲੈ। ਤੇ ਸੂਏ ਡੰਗਰ ਨੂੰ ਕਿੰਨੇ ਦਿਨ ਦੇਣਾ? ਸੂਏ ਨੂੰ ਹੀ ਕਿ 4 ਦਿਨ ਹੀ? 4 ਡੰਗ। ਠੀਕ ਹੈ। ਹਾਂਜੀ, ਪਰ ਦੇਣੀ ਇੱਕ ਖੁਰਾਕ ਵਿੱਚ ਕਿਲੋ ਹੈ। ਅੱਧਾ ਕਿਲੋ ਗਲਕੰਦ, ਪਾ ਚੀਨੀ ਤੇ ਕਿਲੋ ਗੰਡੇ। ਸਹੀ ਹੋ ਗਿਆ। ਹਾਂ, ਤੇ ਮਤੇ ਆਖਾਂ 4 ਦਿਨਾਂ ਚ ਕਿਲੋ ਗੰਡੇ ਦੇਈਏ, ਉਹ ਨਹੀਂ ਕੰਮ ਚੱਲਣਾ। ਸਹੀ ਹੈ, ਸਹੀ ਹੈ। ਇਹ ਚੀਜ਼ਾਂ ਅਸਰ ਵੀ ਕਰਦੀਆਂ ਨੇ? ਅਸਰ ਕਰਦੀਆਂ ਨੇ ਕਿ ਤਜਰਬੇ ਦੇ ਮੁਤਾਬਕ ਮੇਰੇ ਤਜਰਬਾ ਹੈ। ਜਿੰਨੀਆਂ ਦੇਸੀ ਨੁਸਖੇ ਲੋਕਾਂ ਨੂੰ ਅਜ਼ਮਾਉਣੇ ਚਾਹੀਦੇ। ਹਾਂਜੀ, ਇਹ ਵੇਖੋ ਨਾ, ਤੁਸੀਂ ਵੇਖੇ ਡੰਗਰ ਸਿਹਤਮੰਦ ਨੇ, ਵਿੱਚ 2 ਹੱਡੀਆਂ ਮਈਆਂ ਤਰੋਈਆਂ ਵੀ ਨੇ, ਉਹ ਵੀ ਦੁੱਧ ਦਿੰਦੀਆਂ ਪੀ ਚੰਗਾ। ਅੱਛਾ ਚਾਚਾ, ਤੁਸੀਂ ਜਾਨਵਰ ਇੱਥੋਂ ਹੀ ਲੈਂਦੇ ਹੋ ਕਿਉਂਕਿ ਉਹ ਤੁਮ ਬਾਹਰ ਵਾਲੇ ਇਲਾਕੇ? ਨਹੀਂ, ਮੈਂ ਉਧਰੋਂ ਹੀ ਲਿਆਉਣਾ, ਸਾਰੀਵਾਲ ਕਾੜੇ। ਹਾਂਜੀ, ਆਪ ਹੀ ਲਿਆਉਣਾ। ਆਂਦੇ ਨੇ ਉਧਰ ਤੇ ਜਾਨਵਰਾਂ ਨੂੰ ਇੱਧਰ ਆ ਕੇ ਪਾਣੀ ਲਾਗ ਹੋ ਜਾਂਦਾ ਹੈ, ਕੀ ਕਰਦੇ ਹੋ ਫਿਰ? ਨਹੀਂ, ਬਸ ਕੋਈ ਪਾਣੀ ਲਾਗ ਨਹੀਂ ਹੁੰਦਾ, ਐਵੇਂ ਗੱਲ ਹੀ ਬਣੀ ਹੈ। 5 ਗ੍ਰਾਮ ਦਾ ਟੀਕਾ ਜਦੋਂ ਉੱਥੋਂ ਲਿਆਉਂਦੇ ਆ, ਉਹਨਾਂ ਨੂੰ ਆਉਂਦੇ ਆ 4-5 ਦਿਨ, 5 ਗ੍ਰਾਮ ਦਾ ਟੀਕਾ ਲਾਈਏ ਤੇ ਸੈੱਟ ਹੋ ਜਾਂਦਾ। ਤੇ 4-5 ਦਿਨ ਲਾਇਆ ਬਹੁਤਾ ਗਰਮ ਨਹੀਂ ਲੱਗ ਜਾਂਦਾ? ਨਹੀਂ, ਉਹਦਾ ਕੋਈ ਨੁਕਸਾਨ ਨਹੀਂ। ਰੋਜ਼ ਸ਼ਾਮੀ ਇੱਕ ਟੀਕਾ ਲਾ ਹੜੋ, ਉਹਦਾ ਦਾ ਥਕੇਮਾ ਲੈ ਜਾਂਦਾ। ਠੀਕ ਹੈ। ਹਾਂ, ਉਹਦਾ ਕੋਈ ਨੁਕਸਾਨ ਨਹੀਂ। ਤੇ ਜਿਹੜੇ ਲੋਕ ਦੁੱਧ ਦੇਣ ਵਾਲੇ ਜਾਨਵਰਾਂ ਨੂੰ ਟੀਕਾ ਲਾ ਕੇ ਦੁੱਧ ਚੋਂਦੇ ਨੇ, ਉਹਦੇ ਬਾਰੇ ਤੁਸੀਂ ਕੀ ਆਖੋਗੇ? ਉਹਦਾ ਤੇ ਫਿਰ ਇੱਕ ਮਜਬੂਰੀ ਬਣ ਗਈ ਹੈ। ਭਲਾ ਕਿਉਂ ਵੀ ਕਾਲੀ ਨਾਲ ਚੋਂਦੇ ਨੇ, ਤੇ ਜੇ ਤੇ ਟੀਕਾ ਲਾਈਏ ਤੇ ਉਹਨਾਂ ਜਾ ਵੀ ਸੁੱਟ ਛੱਡਣਾ ਹੁੰਦਾ ਸੂਣ ਵਾਲੀ ਨੇ। ਲੇਕਿਨ ਕੋਸ਼ਿਸ਼ ਕਰੋ ਪਹਾੜੇ ਤੇ ਚੋਵੋ, ਜਾ ਮਰ ਜੇ ਤੇ ਪਹਾੜੇ ਤੇ ਚੋਵੋ। ਠੀਕ ਹੈ। ਮਿਹਨਤ ਕਰੋ। ਅੱਬਲ ਤੇ ਬੱਚੇ ਨਾਲ ਸਾਂਭ ਕੇ ਰੱਖੀ ਤੇ ਮੱਝ ਟੀਕਾ ਲੈਂਦੀ ਨਹੀਂ। ਠੀਕ ਹੈ, ਤੁਹਾਨੂੰ ਤੇ ਖੈਰ ਜ਼ਰੂਰਤ ਨਹੀਂ ਪੈਣੀ। ਹਾਂ, ਤੇ ਜਦੋਂ ਬੱਚੇ ਹੀ ਮਾਰ ਛੱਡਨੇ ਤੇ ਟੀਕਾ ਤੇ ਫਿਰ ਇਹਨਾਂ ਆਪ ਹੀ ਲੈਣਾ। ਨਹੀਂ, ਤੁਹਾਨੂੰ ਤੇ ਜ਼ਰੂਰਤ ਨਹੀਂ, ਸਾਨੂੰ ਕੋਈ ਜ਼ਰੂਰਤ। ਯਾਨੀ ਇਹ ਲੋਕ ਬੱਚੇ ਮਰਵਾ ਹਰ ਦਿਨ ਉਹਨਾਂ ਨੂੰ ਜ਼ਰੂਰਤ ਪੈਂਦੀ? ਉਹਨਾਂ ਨੇ ਤੇ ਲਾਣੇ ਹੀ ਟੀਕੇ ਨੇ।
ਠੀਕ ਹੈ। ਅਸਾਂ ਟੀਕਾ ਨਹੀਂ ਲਾਉਣਾ। ਇੱਕ ਹੋਰ ਗੱਲ ਦੱਸਿਓ ਕਿ ਜਾਨਵਰਾਂ ਨੂੰ ਜਦੋਂ ਜ਼ਖਮ ਹੋਈ ਹੈ ਕੋਈ, ਹਾਂਜੀ ਜਿਸ ਤਰ੍ਹਾਂ ਤੁਹਾਡੀ ਮੱਝ ਅਸੀਂ ਵੇਖੀ ਉਹਦੀ ਅੱਖ ਖਰਾਬ ਹੈ, ਹਾਂਜੀ। ਜ਼ਖਮ ਦਾ ਕੀ ਇਲਾਜ ਕਰਦੇ ਹੋ? ਜ਼ਖਮ ਦਾ ਸਰ ਜੀ ਇਹੋ ਇੱਕ ਸਪਰੇਅ ਸਪਰੂ ਲਿਆ ਕੇ ਮਾਰ ਲਈਦੀ ਹੈ। ਬ੍ਰੇਕ ਆਇਲ ਵੀ ਕਹਿੰਦੇ ਨੇ ਕਿ ਲਾਉਣਾ ਚਾਹੀਦਾ। ਬਰੇਕਲ ਵੀ ਠੀਕ ਹੈ, ਲੇਕਿਨ ਅਸੀਂ ਇੱਕ ਦੋ ਸਪਰੇਅ ਵੇ ਉਹ ਹੀ ਲਿਆ ਕੇ ਲਾਉਂਦੇ ਹਾਂ। ਉਹਦਾ ਕੋਈ ਨਾਂ ਦੱਸ ਸਕਦੇ ਹੋ ਸਪਰੇਅ ਦਾ? ਨਹੀਂ, ਆ ਕੀੜੇ ਪੈ ਜਾਣ ਨਾ ਤੇ ਚਿਚੜਾਂ ਵਾਲਾ ਟੀਕਾ ਲਾਓ। ਠੀਕ ਹੈ। ਅੱਛਾ, ਕੋਈ ਵੀ ਜ਼ਖਮ ਹੋਈਏ ਨਾ ਉਹਦੇ ਵਿੱਚ ਕੀੜੇ ਪੈਣ ਦੇਈਦੇ ਨੇ ਦਿਹਾੜੀ ਇੱਕ ਦਾ। ਕੀੜੇ ਪੈ ਗਏ ਨਾ ਉਸ ਜਗ੍ਹਾ 'ਚ ਗੰਦਾ ਖੂਨ ਉਹਨਾਂ ਕੀੜਿਆਂ ਖਾਈ ਜਾਣਾ, ਫਿਰ ਚਿਚੜਾਂ ਦਾ ਟੀਕਾ ਲਾਓ ਤੇ ਉਹ ਅੱਜ ਲਾਓ ਉਹਦੇ ਤੇ ਕੱਲ ਕੀੜੇ ਮਰ ਜਾਂਦੇ, ਉਹ ਜ਼ਖਮ 3 4 ਦਿਨਾਂ ਛੁੱਟ ਜਾਣਾ। ਉਹ ਵੇਖਿਆ ਮੱਝ ਦੀ ਤਾਂ ਹੁਣ ਤੇ ਜ਼ਖਮ ਹੋਇਆ ਹੈ ਕਦੀ ਤੇ ਉਹ ਇਹੋ ਹੀ ਇਲਾਜ, ਉਹ ਟੀਕਾ ਖਲੋ ਗਿਆ ਸੀ ਵੀ ਆਹ ਟੀਕਾ ਮੱਝ ਬਿਮਾਰ ਹੋ ਗਈ ਤੇ ਟੀਕਾ ਲਾਇਆ ਤੇ ਉਹ ਮਾਸ 'ਚ ਲੱਗ ਗਿਆ। ਤੁਹਾਡੀ ਇਹ ਗੱਲ ਮੈਨੂੰ ਥੋੜੀ ਜਿਹੀ ਵਜ਼ਾਹਤ ਕਰੋ ਕਿ ਕੀੜੇ ਗੰਦਾ ਹੁਣ ਕਿੰਨੇ ਖਾ ਜਾਂਦੇ ਨੇ? ਕੀੜਾ ਜਦੋਂ ਪੈਂਦਾ ਨਾ ਤੇ ਕੀੜਾ ਜਿਹੜਾ ਉਹਨੇ ਤੇ ਜੋ ਅੱਗੇ ਚੰਨ ਖਾਈ ਜਾਣਾ, ਨਿੱਕਾ ਨਿੱਕਾ ਬੱਚਾ ਜਿਹੜਾ ਹੁੰਦਾ ਕੀੜਾ ਉਹਨੇ ਖਾਣਾ ਹੀ ਗੰਦਾ ਹੋਣ, ਜੋ ਵਿੱਚ ਮਾਦਾ ਰੇਸ਼ਾ ਉਹਨੇ ਖਾਈ ਜਾਣਾ, ਦਿਹਾੜੀ ਕੀੜੇ ਰਹਿਣ, ਬਾਅਦ ਚ ਟੀਕਾ ਲਾ ਹੜੋ ਉਹ 2 3 ਦਿਨਾਂ 'ਚ ਜ਼ਖਮ ਛੁੱਟ ਜਾਂਦੇ। ਜਦੋਂ ਤੁਸੀਂ ਟੀਕਾ ਲਾ ਦੇਣਾ ਨਾ ਫਿਰ 20 25 ਦਿਨ ਕੀੜੇ ਨਹੀਂ ਪੈ ਸਕਦੇ, ਉਹ ਜਾਨਵਰ ਨੂੰ ਕੀੜੇ ਨਹੀਂ ਪੈਂਦੇ। ਅੱਛਾ, ਜਿਹੜੀਆਂ ਬਿਮਾਰੀਆਂ ਸੀ ਪੁੱਛੀਆਂ ਨੇ, ਇਸ ਤੋਂ ਇਲਾਵਾ ਵੀ ਕੋਈ ਬਿਮਾਰੀ ਲੱਗਦੀ ਡੰਗਰਾਂ ਨੂੰ ਤੁਹਾਡੀ ਨਜ਼ਰ 'ਚ? ਬਿਮਾਰੀਆਂ ਬੇਬਾਹ ਨੇ ਸਰ ਜੀ, ਇਹ ਤਾਂ ਪਤਾ ਹੀ ਕੋਈ ਨਹੀਂ ਅਸੀਂ ਕਿਹੜੇ ਡਾਕਟਰ। ਜਿਹੜੀ ਕੋਈ ਅਹਿਮ ਜਿਹੜੀ ਲੱਗਦੀ ਹੈ, ਜਿਹੜੀ ਜ਼ਿਆਦਾ ਡੰਗਰਾਂ ਨੂੰ ਲੱਗਦੀ ਹੈ? ਫਾਰੇ ਦਾ ਵੀ ਦੱਸਿਆ ਨਹੀਂ, ਫਾਰੇ ਦਾ ਹੱਲ? ਫਾਰੇ ਦਾ ਸਰ ਜੀ ਇਹੋ ਜਿਹਾ ਅਸੀਂ ਤਾਂ ਦਿੰਦੇ ਜੇ ਅੱਗੋਂ ਛਟਾਲਿਆਂ 'ਚ ਫਾਰਾ ਹੋਈਏ ਨਾ ਤੇ ਇੱਕ ਛਟਾਕੀ ਇਹ ਲੈ ਕੇ ਨਾ ਧਾਰਬੀਨ ਦਾ ਤੇਲ ਤੇ ਵਿੱਚ ਅੱਧ ਪਾ ਉਹ ਸਰੋਂ ਦਾ ਤੇਲ ਪਾ ਕੇ ਵਿੱਚ ਥੋੜੀ ਜਿਹੀ ਲੱਸੀ ਜਾਂ ਦੁੱਧ ਪਾ ਲਓ ਉਦੋਂ ਫੌਰਨ ਤੇ ਉਹ ਦੋ ਤੇ ਉਹ ਲੈ ਜਾਂਦਾ। ਤੇ ਮੂੰਹ ਖੋਰ ਦਾ ਕੀ ਹੱਲ? ਮੂੰਹ ਖੋਰ ਦਾ ਕੋਈ ਇਲਾਜ ਨਹੀਂ, ਇਹਦੇ ਹਿਫਾਜ਼ਤੀ ਟੀਕੇ ਹੀ ਨੇ। ਉਹ ਪਹਿਲਾਂ ਲਾਣੇ ਚਾਹੀਦੇ। ਕਿਸ ਟਾਈਮ ਕਿਹੜੇ ਮੌਸਮ 'ਚ? 6 ਮਹੀਨੇ ਉਹ ਲੱਗਦੇ ਨੇ। 6 ਮਹੀਨੇ? ਹਾਂਜੀ। ਸਾਲ 'ਚ ਕਿੰਨੀ ਦਫਾ ਹਿਫਾਜ਼ਤੀ ਟੀਕੇ ਲਵਾਏ? 2 ਵਾਰੀ। 2 ਵਾਰੀ? ਹਾਂਜੀ, ਜਿੱਦਾਂ 6 ਮਹੀਨੇ ਪੂਰੇ ਹੋ ਜਾਣੇ ਨੇ ਉਹਦਾ ਫਿਰ ਲਾ ਦੋ। ਤੁਹਾਂ ਗਾਈਆਂ ਵੀ ਰੱਖੀਆਂ ਨੇ, ਗਾਈਆਂ ਦਾ ਬੜਾ ਕਾਮਨ ਜਿਹਾ ਮਸਲਾ ਚਿਚੜਾਂ ਦਾ। ਚਿਚੜਾਂ ਦਾ ਉਹਦਾ ਕਿੰਨੀ ਵਾਰੀ ਟੀਕਾ ਲਵਾਉਂਦੇ ਹੋ, ਕੀ ਕਰਦੇ? ਸਰ ਜੀ ਚਿਚੜ ਸਾਡੇ ਡੰਗਰ ਨੂੰ ਤਾਂ ਐਸੀ ਦਾ ਪਿਆ ਨਹੀਂ, ਆਹ ਪੈਣ ਹੀ ਨਹੀਂ ਦਿੱਤਾ। ਕੀ ਤਰ੍ਹਾਂ? ਅਸਾਂ ਚਿਚੜਾਂ ਵਾਲਾ ਟੀਕਾ ਲਾਉਣਾ। ਦੂਜੀ ਗੱਲ ਹੈ ਨਿੱਕੇ ਬੱਚੇ ਨੇ ਨਾ ਇਹਨਾਂ ਆਹ ਮਹੀਨੇ ਵਾਲੇ ਦਿਨ ਚਿਚੜਾਂ ਦਾ ਟੀਕਾ ਲਾਉਣਾ ਲਾਜ਼ਮੀ। ਠੀਕ ਹੈ। ਕੋਈ ਜੂੰ ਨਹੀਂ ਰਹਿਣੀ, ਕੋਈ ਚਿਚੜ ਨਹੀਂ ਰਹਿਣਾ, ਜਿਹੜੇ ਅੰਦਰ ਮਲੱਪ ਨੇ ਉਹ ਵੀ ਨਿਕਲੀ ਜਾਣੇ। ਅੱਛਾ। ਹਾਂਜੀ, ਉਹ ਵਜ਼ਨ ਦੇ ਹਿਸਾਬ ਨਾਲ ਆਹ ਲਾਉਣਾ। ਜਿਹੜਾ ਛੋਟਾ ਬੱਚਾ ਉਹਨੂੰ ਆਹ 1 ਸੀਸੀ ਲਾਉਣਾ, ਵੱਡਾ ਜਿਹੜਾ ਉਹਨੂੰ 2 ਸੀਸੀ ਲਾ ਲੈਣਾ, ਜੇ ਫਰਕੋ ਫਰਕ ਹੀ। ਜਿਹੜੀ ਮੱਝ ਉਹਨੂੰ 10 ਸੀਸੀ ਵੀ ਲੱਗ ਜਾਂਦਾ ਤੇ ਲੇਕਿਨ ਅਸੀਂ 5 ਸੀਸੀ ਲਾਉਂਦੇ ਹਾਂ ਤਾਂ ਕੰਮ ਚੱਲਦਾ। ਨਾ ਪਤਾ ਚਿਚੜਾਂ ਵਾਲੇ ਟੀਕੇ ਦਾ? ਨਾ ਦਾ ਨਹੀਂ ਪਤਾ, ਜਾਂ ਫੜ ਲਿਆ ਭਲਾ ਉਹ ਤੂੰ ਪੜ ਲੈਂਦੇ ਤੇ ਉਹ ਅਸੀਂ ਇਹਦੇ ਤੋਂ ਹੀ ਕੰਮ ਲੈਂਦੇ ਜੇ ਤੇ ਤੁਹਾਨੂੰ ਮਜਬੂਰੀ ਡਾਕਟਰ ਦੀ, ਸਾਡੇ ਸਰਕਾਰੀ ਡਾਕਟਰ ਕੋਈ ਨਹੀਂ ਆਉਂਦਾ। ਇਹ ਕਿਤੇ ਮਸਾ ਟੀਕਾ ਬੱਚਾ? ਹਾਂਜੀ ਜੀ ਠੀਕ। ਕਾਦੇ ਵਾਸਤੇ ਵੇ? ਇਹ ਚਿਚੜਾਂ ਵਾਸਤੇ। ਚਿਚੜਾਂ ਵਾਸਤੇ? ਹਾਂਜੀ। ਆਈਵੋਟੈਕ ਆਈਵਰਮੈਕਟਨ ਦਾ ਹੈ। ਠੀਕ ਹੋ ਗਿਆ, ਜ਼ਬਰਦਸਤ। ਇਹ ਕਿੰਨੇ ਦਾ ਹੈ? ਤਕਰੀਬਨ ਇਹਦੀ ਪ੍ਰਾਈਸ 275। ਹਾਂਜੀ 275। ਇਹਦਾ ਤਰੀਕਾਕਾਰ ਕੀ ਜੇ ਤੁਸੀਂ ਕਿਹਾ ਆਪ ਹੀ ਟੀਕੇ ਲਾ ਲੈਣੇ ਆ, ਕਿਸ ਨਾਲ ਲਾਉਂਦੇ ਹੋ ਟੀਕੇ? ਇਹ ਟੀਕਾ ਜਿਹੜਾ ਨਾ ਗੋਸ਼ਤ 'ਚ ਨਹੀਂ ਲੱਗਣਾ, ਮਾਸ 'ਚ ਲੱਗਣਾ। ਗੋਸ਼ਤ ਦੇ ਤੇ ਚਮੜੇ ਦੇ ਸੈਂਟਰ 'ਚ ਇਹਨੂੰ ਲਾਉਣਾ। ਜੇ ਸੂਈ ਲਾ ਕੇ ਤੇ ਇਹਨੂੰ ਖਿੱਚ ਕੇ ਰੱਖ ਕੇ ਤੇ ਫਿਰ ਲਾਉਣਾ। ਬਈ ਗੋਸ਼ਤ 'ਚ ਨਹੀਂ ਲੱਗਣਾ। ਅੱਛਾ, ਇੱਕ ਬੜੀ ਗੱਲ ਯਾਦ ਆਈ ਹੈ ਮੈਨੂੰ, ਦੁੱਧ ਵਧਾਉਣ ਦਾ ਕੋਈ ਦੇਸੀ ਨੁਸਖਾ ਹੈ ਵੇ? ਉਹ ਦੁੱਧ ਸਰ ਜੀ ਕੋਈ ਨਹੀਂ, ਨੁਕਸੇ ਅਸੀਂ ਕੋਈ ਨਹੀਂ ਲਾਉਂਦੇ। ਦੁੱਧ ਵੰਡੇ ਦੇ ਸਿਰ ਤੇ, ਵੰਡੇ ਦੇ ਸਿਰ ਤੇ ਸਾਂਭ ਕਰੋ ਤੇ ਦੁੱਧ ਡੰਗਰ ਪਏ ਦਿੰਦੇ ਨੇ। ਜਿਹੜੇ ਲੋਕ ਵੰਡਾ ਪਾਉਂਦੇ ਨੇ ਵਲੈਤੀ, ਉਹਦੇ ਬਾਰੇ ਤੁਹਾਡਾ ਕੀ ਹਾਲ ਹੈ? ਵਲੈਤੀ ਵੰਡਾ ਠੀਕ ਹੈ ਬੋਰੀਆਂ ਵਾਲਾ, ਜਾਂ ਜਿਹੜਾ ਤੁਸੀਂ ਆਪਣਾ ਪਾਉਂਦੇ ਹੋ ਆਪਣੀ ਖਾਲ ਬੜੇ ਨੇ ਔਰ ਦਾਲ? ਸਰ ਜੀ ਅਸਲ ਗੱਲ ਜੇ ਸਹੀ ਪੁੱਛੋ ਨਾ ਤੇ ਵੰਡੇ ਹੀ ਸਾਰੇ 2 ਨੰਬਰ ਨੇ, ਵੰਡਾ 1 ਨੰਬਰ ਹੈ ਹੀ ਕੋਈ ਨਹੀਂ। 1 ਨੰਬਰ ਵੰਡਾ ਤੇ ਰੋਟੀਆਂ ਜੇ ਕਿ ਤੂੰ ਲੱਭ ਜਾਣ। ਰੋਟੀਆਂ ਚੋਂ ਹੁੰਦਾ ਟੁਕੜੇ ਸ਼ੁਕੜੇ ਗੰਦਗੀ, ਉਹਦਾ ਨਹੀਂ ਕੋਈ? ਨਹੀਂ, ਗੰਦਗੀ ਵਾਲੇ ਨਹੀਂ ਆਹ ਪਾਣੇ, ਆਹ ਲੈਣੇ ਸਾਫ਼ ਨੇ, ਭਾਵੇਂ ਮਹਿੰਗੇ ਲਈਏ। ਹਾਂ, ਲੈਣੇ ਸਾਫ਼ ਨੇ। ਠੀਕ ਹੈ। ਜਿਹੜੇ ਉੱਲੀ ਵਾਲੇ ਨੇ ਉਹ ਤੇ ਪਾਣੇ ਹੀ ਨਹੀਂ। ਠੀਕ ਹੈ। ਹਾਂਜੀ। ਤੇ ਜਦੋਂ ਰੋਟੀ ਪਾਉਂਦੇ ਉਹਦੇ ਚ ਕਬਾੜੀਆਂ ਲਈ ਹੁੰਦੀ ਹੈ, ਵਿੱਚ ਕੋਈ ਗੰਦਗੀ? ਆਹ ਕਬਾੜੀਏ ਕੋਈ ਰੋਟੀਆਂ ਲੈਣੀਆਂ ਨਾ ਤੇ ਆਹ ਸਾਫ਼ ਖੋਲ ਕੇ ਉਹਨੂੰ ਆਹਨਾ ਲੁੱਦ ਕੇ ਤੇ ਫਿਰ ਆਹ ਸਾਫ਼ ਪਾਣੀਆਂ ਤੇ ਆਪੀ ਪਾਣੀਆਂ, ਉਹਦੇ ਕੋ ਨਹੀਂ ਲੈਣੀ। ਠੀਕ ਹੈ। ਹਾਂ, ਉਹਦੇ ਚੋਂ ਲਈਏ। ਕੋਈ ਘਰ ਵਿੱਚ ਸੂਈ ਵੀ ਆ ਸਕਦੀ ਹੈ। ਠੀਕ ਹੈ। ਅੱਛਾ, ਕੋਈ ਗੋਲੀ ਦਾਣਿਆਂ 'ਚ ਧਰੀ ਹੁੰਦੀ ਉਹ ਵੀ ਆ ਸਕਦੀ ਹੈ, ਲੇਕਿਨ ਉਹ ਨਹੀਂ ਅਸਾਂ ਕੰਮ ਕਰਨਾ। ਹਾਂ, ਆਪਣੀ ਹੱਥੀ ਜੋ ਕੋਈ ਕਰਨਾ ਉਹ ਕੰਮ। ਰੋਟੀਆਂ ਚੰਗੀਆਂ ਰਹਿੰਦੀਆਂ ਨੇ ਇਹਨਾਂ ਵਾਸਤੇ ਮੱਝਾਂ? ਰੋਟੀਆਂ ਠੀਕ ਰਹਿੰਦੀਆਂ, ਪਰ ਇਹਦੇ ਨਾਲ ਚੰਦਰਾ ਬਹੁਤ ਹੁੰਦਾ, ਲੇਕਿਨ ਇਹਨੂੰ ਤਰੀਕੇ ਨਾਲ ਪਾਉਣਾ ਪੈਂਦਾ। ਇਹਦੇ 'ਚ ਕੌੜੀ ਖਾਲ ਵੀ ਤੇ ਹਿਸਾਬ ਨਾਲ ਪਾਉਣਾ ਪੈਂਦਾ, ਨਾਲ ਮਿਰਚਾਂ ਵੀ ਦੇਣੀਆਂ ਪੈਂਦੀਆਂ ਨੇ। ਹਰੀ ਮਿਰਚ ਲੈ ਕੇ ਨਾ ਦਾਦੜ ਉਹ ਵੀ ਅਸੀਂ ਦਿੰਦੇ ਰਹਿੰਦੇ ਹਾਂ 5-7 ਦਿਨ ਡੰਗਰਾਂ। ਕੁਝ ਲੋਕ ਕਹਿੰਦੇ ਨੇ ਕਿ ਰੋਟੀਆਂ ਦਾ ਨੁਕਸਾਨ ਹੁੰਦਾ। ਨੁਕਸਾਨ ਹੁੰਦਾ, ਪਰ ਜੇ ਮਿਰਚ ਮਸਾਲਾ ਨਾ ਦਈਏ, ਜੇ ਮਿਰਚ ਮਸਾਲਾ ਦਈਏ ਤਾਂ ਫਿਰ ਨਹੀਂ ਨੁਕਸਾਨ। ਤੇ ਚਾਚਾ ਜੀ, ਕੋਈ ਅਹਿਮ ਗੱਲ ਜਿਹੜੀ ਤੁਸੀਂ ਦੱਸਣਾ ਚਾਹੋ ਉਹਨਾਂ ਲੋਕਾਂ ਨੂੰ ਜਿਹੜੇ ਡੰਗਰ ਰੱਖਣਾ ਚਾਹੁੰਦੇ ਨੇ? ਡੰਗਰ ਸਰ ਜੀ ਜੇ ਕੋਈ ਸਾਂਭ ਸਕਦਾ ਤੇ ਰੱਖ ਲੈ, ਜੇ ਨਹੀਂ ਸਾਂਭ ਸਕਦਾ ਤੇ ਨਾ ਰੱਖਾਂ। ਲੇਕਿਨ ਇਹਨਾਂ 'ਚ ਫਾਇਦਾ ਬੜਾ ਜੇ ਕੋਈ ਕਰੇ।
ਤੇ ਜੇ ਨਾ ਕਰੇ ਤੇ ਘਾਟਾ ਹੀ ਘਾਟਾ ਹੈ ਤੇ ਕਰੇ ਤੇ ਇਹਦੇ ਜਿੰਨਾ ਫਾਇਦਾ ਕਿਸੇ 'ਚ ਨਹੀਂ। ਠੀਕ ਹੈ ਦਾਦਾ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਮਿਹਰਬਾਨੀ। ਅਸਲਾਮ ਵਾਲੇਕੁਮ।